ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬੀ ਨੂੰ ਪਿਆ ਦਿਲ ਦਾ ਦੌਰਾ 6 ਮਹੀਨੇ ਪਹਿਲਾਂ ਗਿਆ ਸੀ ਕੈਨੇਡਾ। ਪੰਜਾਬੀ ਪੁਲਿਸ ਅਫਸਰ ਦੀ ਹਾਦਸੇ ਵਿੱਚ ਗਈ ਜਾਨ। ਪ੍ਰਧਾਨ ਮੰਤਰੀ ਟਰੂਡੋ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ। ਬੈਂਕ ਆਫ ਕੈਨੇਡਾ ਦਾ ਵਿਆਜ ਦਰਾਂ ਬਾਰੇ ਐਲਾਨ। ਵਿਆਜ ਦਰ 4.5% ਤੇ ਬਰਕਰਾਰ। ਘੱਟ ਸੁਰੱਖਿਅਤ ਮਹਿਸੂਸ ਕਰਦੇ ਨੇ ਕੈਨੇਡੀਅਨਸ। ਇੱਕ ਸਰਵੇਖਣ ਵਿੱਚ ਹੋਇਆ ਖੁਲਾਸਾ। ਪੰਜਾਬੀ ਭਾਈਚਾਰੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਜਾਨ ਚਲੀ ਗਈ। 6 ਮਹੀਨੇ ਪਹਿਲਾਂ ਇਹ ਨੌਜਵਾਨ ਕੈਨੇਡਾ ਵਿੱਚ ਚੰਗੇ ਭਵਿੱਖ ਲਈ ਗਿਆ, ਜੋ ਕਿ ਮੌਜੂਦਾ ਸਮੇਂ LMIA ਦੇ ਉੱਪਰ ਸੀ। ਪਹਿਲਾਂ ਉਸਨੇ ਦੁਬਈ ਦੇ ਵਿੱਚ ਕੰਮ ਕੀਤਾ ਤੇ ਹੁਣ ਆਪਣੇ ਭਵਿੱਖ ਵਾਸਤੇ ਉਹ ਕੈਨੇਡਾ ਗਿਆ ਤੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਜਾਨ ਚਲੀ ਗਈ। ਕੈਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੈਨੇਡਾ ਵਿੱਚ ਵਰਕ ਪਰਮਿਟ ਦੇ ਉੱਪਰ ਸੀ ਤੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਜਾਨ ਗਈ ਹੈ। ਇਸ ਨੌਜਵਾਨ ਦਾ ਨਾਮ ਸਰਦੂਲ ਸਿੰਘ ਦੱਸਿਆ ਗਿਆ ਹੈ, ਜਿਸ ਵਾਸਤੇ GoFundMe ਚਲਾਇਆ ਗਿਆ ਤਾਂ ਕਿ ਉਸਦੀ ਦੇਹ ਨੂੰ ਪੰਜਾਬ ਭੇਜਿਆ ਜਾ ਸਕੇ। ਸਰਦੂਲ ਸਿੰਘ ਦੀ ਉਮਰ ਮਹਿਜ਼ 30 ਸਾਲ ਸੀ, ਜੋ ਕਿ ਇੱਕ ਮਿਹਨਤੀ ਵਿਅਕਤੀ ਦੱਸਿਆ ਗਿਆ। ਹਾਲ ਹੀ ਦੇ ਵਿੱਚ ਉਹ 6 ਮਹੀਨੇ ਪਹਿਲਾਂ ਕੈਨੇਡਾ ਉੱਪਰ ਆਇਆ। LMIA ਦੇ ਉੱਪਰ ਸਰਦੂਲ ਸਿੰਘ ਕੈਨੇਡਾ ਆਪਣੇ ਚੰਗੇ ਭਵਿੱਖ ਦੀ ਖਾਤਰ ਆਇਆ, ਜੋ ਕਿ ਪੰਜਾਬ ਦੇ ਪਿੰਡ ਸਰਵਾਲੀ ਡਿਸਟ੍ਰਿਕਟ ਗੁਰਦਾਸਪੁਰ ਦੇ ਨਾਲ ਸੰਬੰਧਿਤ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਦੁਬਈ ਦੇ ਵਿੱਚ ਉਸਨੇ 3 ਸਾਲ ਬਤੌਰ ਟਰੱਕ ਡਰਾਈਵਰ ਕੰਮ ਕੀਤਾ ਤੇ ਬਾਅਦ ਵਿੱਚ ਉਸਨੂੰ ਕੈਨੇਡਾ ਦੀ LMIA ਮਿਲ ਗਈ। ਆਪਣੇ ਚੰਗੇ ਭਵਿੱਖ ਵਾਸਤੇ ਉਹ ਕੈਨੇਡਾ ਆ ਕੇ ਰਹਿਣ ਲੱਗਿਆ। ਮੌਜੂਦਾ ਸਮੇਂ ਉਹ ਸਰੀ ਵਿੱਚ ਰਹਿ ਰਿਹਾ ਸੀ ਤੇ ਅਚਾਨਕ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਦਿਨੀ ਕੈਨੇਡਾ ਦੇ ਇੱਕ ਹਿੱਸੇ ਵਿੱਚ ਅਜਿਹਾ ਹਾਦਸਾ ਵਾਪਰਿਆ, ਜਿੱਥੇ ਪੰਜਾਬੀ ਮੂਲ ਦੇ ਪੁਲਿਸ ਅਫਸਰ ਦੀ ਜਾਨ ਚਲੀ ਗਈ। RCMP ਅਫਸਰ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦਾ ਇੱਕ ਟਵੀਟ ਸਾਹਮਣੇ ਆਇਆ। ਜਿਸ ਅਫਸਰ ਦੀ ਜਾਨ ਗਈ ਹੈ, ਉਸ ਬਾਰੇ ਹਰ ਕੋਈ ਗੱਲ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਨਾਲ ਹੀ ਉਸਦੀ ਪਹਿਚਾਣ ਵੀ ਜਨਤਕ ਕੀਤੀ ਗਈ। ਐਡਮਿੰਟਨ ਨਜ਼ਦੀਕ ਇੱਕ ਜੋ ਸੜਕ ਹਾਦਸਾ ਵਾਪਰਿਆ ਸੀ, ਉਸ ਦੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮੂਲ ਦੇ RCMP ਅਧਿਕਾਰੀ ਦੀ ਜਾਨ ਚਲੀ ਗਈ। ਇਸ ਅਧਿਕਾਰੀ ਦਾ ਨਾਮ ਹਰਵਿੰਦਰ ਸਿੰਘ ਧਾਮੀ ਦੇ ਤੌਰ ਦੇ ਉੱਪਰ ਦੱਸਿਆ ਗਿਆ ਹੈ। ਦੱਸਦੀਏ ਕਿ ਸੋਮਵਾਰ ਨੂੰ ਅਜਿਹਾ ਮਾਮਲਾ ਵਾਪਰਿਆ ਸੀ, ਜਿੱਥੇ ਅਲਬਰਟਾ ਸੂਬੇ ਵਿੱਚ ਸੜਕ ਹਾਦਸੇ ਦੌਰਾਨ 32 ਸਾਲ ਦੇ ਪੰਜਾਬੀ ਮੂਲ ਦੇ RCMP ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਜਾਨ ਚਲੀ ਗਈ। ਕਾਂਸਟੇਬਲ ਧਾਮੀ ਐਡਮਿੰਟਨ ਦੇ ਪੂਰਬ ਵਿੱਚ ਪੈਂਦੀ ਸਟ੍ਰੈਥਕੋਨਾ ਕਾਉਂਟੀ ਵਿੱਚ ਤੈਨਾਤ ਸਨ। RCMP ਨੇ ਇਸ ਬਾਰੇ ਜੋ ਬਿਆਨ ਜਾਰੀ ਕੀਤਾ, ਉੱਥੇ ਦੱਸਿਆ ਗਿਆ ਕਿ ਸਵੇਰੇ 2 ਵਜੇ ਦੇ ਕਰੀਬ ਸ਼ੋਰ ਸ਼ਰਾਬੇ ਦੀ ਇੱਕ ਸ਼ਿਕਾਇਤ ਮਿਲਣ ਮਗਰੋਂ ਕਾਂਸਟੇਬਲ ਹਰਵਿੰਦਰ ਸਿੰਘ ਧਾਮੀ ਮੌਕੇ ਤੇ ਜਾ ਰਹੇ ਸਨ। ਉਹ ਪੁਲਿਸ ਦੀ ਗੱਡੀ ਖੁਦ ਚਲਾ ਰਹੇ ਸਨ, ਪਰ ਇਸ ਦੌਰਾਨ ਉਹਨਾਂ ਦੀ ਗੱਡੀ ਬੇਕਾਬੂ ਹੋ ਕੇ ਇੱਕ ਕੰਕਰੀਟ ਬੈਰੀਅਰ ਨਾਲ ਟਕਰਾ ਗਈ। RCMP ਮੁਲਾਜ਼ਮਾਂ ਅਤੇ ਹੋਰ ਨਾਗਰਿਕਾਂ ਦੇ ਯਤਨਾਂ ਦੇ ਬਾਵਜੂਦ ਉਹਨਾਂ ਨੇ ਦਮ ਤੋੜ ਦਿੱਤਾ। RCMP ਵੱਲੋਂ ਇਸ ਬਾਰੇ ਨਿਊਜ਼ ਕਾਨਫਰੰਸ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਧਾਮੀ RCMP ਦੇ ਇੱਕ ਸਤਿਕਾਰਤ ਮੈਂਬਰ ਸਨ ਅਤੇ ਉਹਨਾਂ ਨੇ 4 ਸਾਲ ਪੁਲਿਸ ਫੋਰਸ ਵਿੱਚ ਸੇਵਾ ਨਿਭਾਈ। ਅਲਬਰਟਾ RCMP ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਸਾਲ 2019 ਵਿੱਚ ਧਾਮੀ RCMP ਡਿਪੋਰਟ ਤੋਂ ਪਾਸ ਹੋ ਕੇ ਨਿਕਲੇ ਸਨ, ਉਦੋਂ ਤੋਂ ਹੀ ਧਾਮੀ ਅੰਦਰ ਇੱਕ ਜ਼ਿੰਮੇਵਾਰ ਅਹਿਸਾਸ ਸੀ। ਧਾਮੀ ਦੀ ਮੌਤ ਦੀ ਖਬਰ ਸੁਣ ਕੇ ਸਹਿਯੋਗੀਆਂ ਅਤੇ ਪੁਲਿਸ ਭਾਈਚਾਰੇ ਵਿੱਚ ਸ਼ੋਕ ਦੀ ਲਹਿਰ ਹੈ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਜੀਵਨ ਅਤੇ ਸੇਵਾ ਨੂੰ ਸ਼ਰਧਾਂਜਲੀ ਦੇਣ ਲਈ ਸੰਵੇਦਨਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਸ ਬਾਰੇ ਇੱਕ ਸੋਸ਼ਲ ਮੀਡੀਆ ਉੱਪਰ ਟਵੀਟ ਸਾਹਮਣੇ ਆਇਆ। ਪ੍ਰਧਾਨ ਮੰਤਰੀ ਨੇ ਕਾਂਸਟੇਬਲ ਧਾਮੀ ਦੀ ਦੁਖਦ ਖਬਰ ਤੇ ਸੋਗ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਵੀ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ। ਪ੍ਰੀਮੀਅਰ ਸਮਿਥ ਨੇ ਸੋਗ ਵਜੋਂ ਐਲਬਰਟਾ ਲੈਜਿਸਲੇਚਰ ਅਤੇ ਮੈਕਡਗਲ ਸੈਂਟਰ ਵਿਖੇ ਝੰਡਿਆਂ ਨੂੰ ਅੱਧ ਤੱਕ ਝੁਕਾਉਣ ਦੇ ਨਿਰਦੇਸ਼ ਜਾਰੀ ਕੀਤੇ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਵਿਆਜ ਦਰਾਂ ਨੂੰ 4.5% ਤੇ ਬਰਕਰਾਰ ਰੱਖਿਆ ਗਿਆ, ਜਿਸ ਦਾ ਮਤਲਬ ਹੈ ਕਿ ਇਸ ਵਾਰ ਇੰਟਰਸਟ ਰੇਟ ਨਹੀਂ ਵਧਾਇਆ ਗਿਆ। ਲਗਾਤਾਰ ਅਜਿਹਾ ਇਹ ਦੂਸਰਾ ਮਹੀਨਾ ਹੈ ਜਦੋਂ ਵਿਆਜ ਦਰਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਉਹਨਾਂ ਵੱਲੋਂ ਵਿਆਜ ਦਰਾਂ 4.5% ਤੇ ਹੀ ਬਰਕਰਾਰ ਰੱਖੀਆਂ ਗਈਆਂ ਹਨ। ਲਗਾਤਾਰ ਅਜਿਹਾ ਦੂਸਰਾ ਮਹੀਨਾ ਹੈ ਜਦੋਂ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਵਾਧਾ ਨਹੀਂ ਕੀਤਾ। ਜੀ ਹਾਂ, ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਦੇ ਵਿੱਚ ਕੋਈ ਵਾਧਾ ਨਾ ਕਰਨ ਦਾ ਫੈਸਲਾ ਲਿਆ।
ਬੈਂਕ ਦੀਆਂ ਵਿਆਜ ਦਰਾਂ 4.5% ਤੇ ਬਰਕਰਾਰ ਰੱਖੀਆਂ ਗਈਆਂ। ਇਹ ਲਗਾਤਾਰ ਦੂਸਰਾ ਮਹੀਨਾ ਹੈ ਜਦੋਂ ਬੈਂਕ ਨੇ ਵਿਆਜ ਦਰਾਂ ਵਿੱਚ ਵਾਧਾ ਨਹੀਂ ਕੀਤਾ। ਮਾਰਚ ਮਹੀਨੇ ਬੈਂਕ ਆਫ ਕੈਨੇਡਾ ਨੇ 1 ਸਾਲ ਦੇ ਵਕਫੇ ਵਿੱਚ ਪਹਿਲੀ ਵਾਰੀ ਵਿਆਜ ਦਰਾਂ ਅੰਦਰ ਵਾਧਾ ਨਹੀਂ ਕੀਤਾ ਸੀ। ਚਾਹੇ ਆਰਥਿਕਤਾ ਉਮੀਦ ਨਾਲੋਂ ਵੱਧ ਤੇਜ਼ੀ ਨਾਲ ਵਧ ਰਹੀ ਹੈ, ਪਰ ਅਰਥ ਸ਼ਾਸਤਰੀਆਂ ਨੇ ਪੇਸ਼ਨਗੋਈ ਕੀਤੀ ਸੀ ਕਿ ਬੈਂਕ ਇਸ ਵਾਰੀ ਵੀ ਵਿਆਜ ਦਰਾਂ ਨੂੰ ਮੌਜੂਦਾ ਪੱਧਰ ਤੇ ਹੀ ਬਰਕਰਾਰ ਰੱਖੇਗਾ। ਫਰਵਰੀ ਮਹੀਨੇ ਮਹਿੰਗਾਈ ਦਰ 5.2% ਦਰਜ ਕੀਤੀ ਗਈ ਸੀ, ਜੋ ਕਿ ਲਗਾਤਾਰ ਦੂਸਰਾ ਮਹੀਨਾ ਸੀ ਜਦੋਂ ਮਹਿੰਗਾਈ ਦਰ ਅੰਦਾਜ਼ੇ ਨਾਲੋਂ ਹੇਠਾਂ ਦਰਜ ਹੋਈ। ਬੈਂਕ ਨੇ ਪਿਛਲੀ ਪਾਲਿਸੀ ਮੀਟਿੰਗ ਵਿੱਚ ਸੰਕੇਤ ਦਿੱਤੇ ਸਨ ਕਿ ਉਹ ਹੁਣ ਵਿਆਜ ਦਰਾਂ ਵਿੱਚ ਵਾਧੇ ਦੇ ਸਿਲਸਿਲੇ ਤੇ ਰੋਕ ਲਗਾਉਣ ਲਈ ਤਿਆਰ ਹਨ। ਬੁੱਧਵਾਰ ਨੂੰ ਜੋ ਨਵਾਂ ਫੈਸਲਾ ਆਇਆ ਉਸ ਵਿੱਚ ਦੱਸਿਆ ਗਿਆ ਕਿ ਇਸ ਸਾਲ ਦੀ ਮੱਧ ਤੱਕ ਮਹਿੰਗਾਈ ਦਰ 3% ਦੇ ਪੱਧਰ ਤੇ ਆਉਣ ਦਾ ਅੰਦਾਜ਼ਾ ਹੈ ਤੇ ਅਗਲੇ ਸਾਲ ਦੇ ਆਖਿਰ ਤੱਕ ਮਹਿੰਗਾਈ ਦਰ 2% ਦੇ ਮਿੱਥੇ ਟਾਰਗੇਟ ਉੱਪਰ ਪਹੁੰਚ ਜਾਵੇਗੀ। Today we maintained our policy rate at 4.5%, and we are continuing our policy of quantitative tightening. We are encouraged inflation is declining, and we are seized with the importance of staying the course and restoring price stability for Canadians. Inflation is coming down quickly, and it's forecast to be about 3% this summer. The economy is expected to grow modestly, even as inflation comes down. This is good news, but is not job done. Our destination is the 2% inflation target, and several things have to happen to get inflation all the way back to the 2% target. Inflation expectations have to come down further. Service price inflation and wage growth need to moderate, and corporate pricing behavior has to normalize. L'inflation baisse vite et devrait se situer autour de 3% cet été. Malgré le recul de l'inflation, l'économie devrait progresser de façon modeste. Ce sont de bonnes nouvelles, mais on ne peut pas encore crier victoire. Notre destination, c'est la cible d'inflation de 2%. Et plusieurs choses doivent encore se produire pour qu'on l'attienne. Il faut que les attentes d'inflation continuent de diminuer, que l'inflation des services et la croissance des salaires se modèrent, et que la fixation des prix se normalise dans les entreprises. We're focused on these indicators and the evolution of core inflation to ensure that CPI inflation continues to progress toward the target. The work of monetary policy, the full impact of the policy rate increases we've undertaken so far, is not done. ਇੱਕ ਸਰਵੇਖਣ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਕੈਨੇਡੀਅਨਸ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਆਨਲਾਈਨ ਸਰਵੇ ਕਰਵਾਇਆ ਗਿਆ ਜਿਸ ਵਿੱਚ ਕਈ ਲੋਕਾਂ ਨੇ ਹਿੱਸਾ ਲਿਆ। ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਪੈਂਡੈਮਿਕ ਤੋਂ ਬਾਅਦ ਉਹ ਖੁਦ ਨੂੰ ਬਹੁਤਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਕਰੋਨਾ ਦੇ ਨਾਲ ਜੁੜਿਆ ਹੋਇਆ ਇੱਕ ਸਰਵੇਖਣ ਸਾਹਮਣੇ ਆਇਆ ਜਿਸ ਤੋਂ ਪਤਾ ਚੱਲਿਆ ਕਿ ਕੋਵਿਡ ਪੈਂਡੈਮਿਕ ਤੋਂ ਪਹਿਲਾਂ ਦੇ ਮੁਕਾਬਲੇ ਹੁਣ ਘੱਟ ਸੁਰੱਖਿਅਤ ਮਹਿਸੂਸ ਕਰਦੇ ਹਨ ਕੈਨੇਡੀਅਨਸ। ਤੇ ਇਹਨਾਂ ਵਿੱਚੋਂ ਜ਼ਿਆਦਾਤਰ ਦਾ ਮੰਨਣਾ ਹੈ ਕਿ ਫੈਡਰਲ ਅਤੇ ਪ੍ਰੋਵਿੰਸ ਸਰਕਾਰਾਂ ਦੀ ਅਪਰਾਧ ਅਤੇ ਜਨਤਕ ਸੁਰੱਖਿਆ ਨੂੰ ਲੈ ਕੇ ਕਾਰਗੁਜ਼ਾਰੀ ਮਾੜੀ ਸੀ। ਲੈਜਰ ਅਤੇ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀ ਵੱਲੋਂ ਇੱਕ ਆਨਲਾਈਨ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਉਹ ਸਾਲ 2020 ਦੇ ਸ਼ੁਰੂ ਵਿੱਚ ਫੈਲੀ ਪੈਂਡੈਮਿਕ ਤੋਂ ਪਹਿਲਾਂ ਅਤੇ ਉਸ ਦੇ ਬਾਅਦ ਵਿੱਚ ਅਪਰਾਧ ਅਤੇ ਹਿੰਸਾ ਨੂੰ ਲੈ ਕੇ ਆਪਣੇ ਸ਼ਹਿਰ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਕਰੀਬ 2/3 ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਹਾਲਾਤ ਮਾੜੇ ਹੋਏ ਹਨ। 32% ਦਾ ਕਹਿਣਾ ਹੈ ਕਿ ਅਪਰਾਧ ਅਤੇ ਹਿੰਸਾ ਦੇ ਹਾਲਾਤ ਕਿਤੇ ਵੱਧ ਮਾੜੇ ਹੋਏ ਨੇ ਤੇ 32% ਅਜਿਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਹਾਲਾਤ ਥੋੜੇ ਮਾੜੇ ਹਨ। ਇਸ ਤੋਂ ਇਲਾਵਾ 25% ਦਾ ਕਹਿਣਾ ਹੈ ਕਿ ਸਥਿਤੀ ਵਿੱਚ ਤਬਦੀਲੀ ਨਹੀਂ ਹੋਈ ਤੇ 8% ਕਹਿੰਦੇ ਨੇ ਕਿ ਉਹਨਾਂ ਨੂੰ ਨਹੀਂ ਪਤਾ। ਸਿਰਫ 2% ਦੇ ਸਥਿਤੀ ਤੇ ਕੁਝ ਬਿਹਤਰ ਹੋਣ ਦੀ ਗੱਲ ਕਹੀ ਹੈ। ਸ਼ਹਿਰ ਇਲਾਕਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਨੇ ਹਾਲਾਤਾਂ ਦੇ ਹੁਣ ਜ਼ਿਆਦਾਤਰ ਬਦਤਰ ਹੋਣ ਦੀ ਗੱਲ ਕਹੀ। ਪੈਂਡੈਮਿਕ ਤੋਂ ਬਾਅਦ ਅਪਰਾਧ ਅਤੇ ਹਿੰਸਾ ਦੀ ਸਥਿਤੀ ਹੋਰ ਖਰਾਬ ਕਹਿਣ ਵਾਲਿਆਂ ਵਿੱਚੋਂ ਸਭ ਤੋਂ ਵੱਧ 72% ਲੋਕ ਬ੍ਰਿਟਿਸ਼ ਕੋਲੰਬੀਆ ਦੇ ਹਨ। ਕਿਊਬਿਕ ਵਿੱਚ 54% ਨੇ ਪੈਂਡੈਮਿਕ ਤੋਂ ਬਾਅਦ ਅਪਰਾਧ ਅਤੇ ਹਿੰਸਾ ਦੀ ਸਥਿਤੀ ਹੋਰ ਖਰਾਬ ਹੋਣ ਦੀ ਗੱਲ ਕਹੀ। ਹਾਲਾਤ ਵਿੱਚ ਕੋਈ ਤਬਦੀਲੀ ਨਹੀਂ ਅਜਿਹਾ ਮੰਨਣ ਵਾਲੇ ਵੀ ਜ਼ਿਆਦਾਤਰ ਲੋਕ ਕਿਊਬਿਕ ਦੇ ਹੀ ਹਨ। ਦੱਸੀਏ ਕਿ ਲੋਕਾਂ ਲਈ ਸਭ ਤੋਂ ਆਮ ਕਿਸਮ ਦੀ ਅਸੁਰੱਖਿਅਤ ਸਥਿਤੀ ਹਮਲਾਵਰ ਵਿਵਹਾਰ ਸੀ ਜਿਸ ਵਿੱਚ ਧਮਕੀਆਂ ਦੇਣਾ, ਚੀਕਣਾ ਤੇ ਕਿਸੇ ਨੂੰ ਡਰਾਉਣਾ ਸ਼ਾਮਿਲ ਸੀ। ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 20% ਨੇ ਕਿਹਾ ਕਿ ਉਹਨਾਂ ਨੇ ਅਜਿਹੇ ਵਿਵਹਾਰ ਦਾ ਅੰਦਾਜ਼ਾ ਲਗਾਇਆ ਹੈ
ਤੇ 19% ਨੇ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਵਿੱਚ ਘੱਟੋ-ਘੱਟ ਇੱਕ ਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਡਰੇ ਸਨ। 5% ਉੱਤਰ ਦੇਣ ਵਾਲਿਆਂ ਨੇ ਕਿਹਾ ਕਿ ਉਹ ਸਰੀਰਕ ਹਮਲੇ ਦਾ ਸ਼ਿਕਾਰ ਹੋਏ ਨੇ ਤੇ 5% ਨੇ ਕਿਹਾ ਕਿ ਉਹ ਨਫ਼ਰਤੀ ਅਪਰਾਧ ਦਾ ਨਿਸ਼ਾਨਾ ਬਣੇ, ਜਦੋਂ ਕਿ 20% ਨੇ ਕਿਹਾ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹਨ ਜਿਸ ਤੇ ਹਮਲਾ ਹੋਇਆ ਤੇ 17% ਦਾ ਕਹਿਣਾ ਹੈ ਕਿ ਉਹ ਨਫ਼ਰਤੀ ਅਪਰਾਧ ਦੇ ਪੀੜਤ ਹਨ। ਫਾਈਨਾਂਸ ਮਿਨਿਸਟਰ ਫ੍ਰੀਲੈਂਡ ਵਾਸ਼ਿੰਗਟਨ ਡੀਸੀ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਖਾਸ ਗੱਲਬਾਤ ਕਰਦੇ ਹੋਏ ਫ੍ਰੀਲੈਂਡ ਦਿਖਾਈ ਦਿੱਤੇ। ਫਾਈਨਾਂਸ ਮਿਨਿਸਟਰ ਫ੍ਰੀਲੈਂਡ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੋਮਿਕਸ ਪਹੁੰਚੇ ਤੇ ਇੱਥੇ ਉਹਨਾਂ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵਾਸ਼ਿੰਗਟਨ ਡੀਸੀ ਤੋਂ ਉਹਨਾਂ ਵੱਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ, ਜਿੱਥੇ ਉਹਨਾਂ ਨੇ ਆਰਥਿਕਤਾ ਦਾ ਜ਼ਿਕਰ ਕੀਤਾ ਹੈ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Deft navigation of the politics of the European Union. Cecilia and I came to call each other sisters in trade. And it was really watching Cecilia at work that gave me first a real insight into the complexity of the EU. You know, in Canada, we think interprovincial federal government relations are hard, and I was intergovernmental affairs minister. But watching all the work that Cecilia had to do at national and subnational levels made me really admire you, Cecilia, and your brilliance as a politician. And also for all the Europeans here, gave me just tremendous respect for how you guys have found this way to work together. Okay, so while Canada stretches nearly 10 million square kilometres from the Pacific to the Arctic to the Atlantic Oceans, there are just 39 million of us, barely a tenth the size of the United States. So, as the 39th largest country in the world by population, it is not immediately apparent that Canada would boast the 10th largest economy. But Canada has been blessed with an endowment of what the world needs, and far more of it than we could ever require ourselves. Furs for Europe's wealthy became the timber and grain that helped to build and feed an empire. Canada today is the largest exporter of oil to the United States, supplying at least twice as much as Saudi Arabia and Mexico combined. And we sell our airplanes, our AI, and our aluminum to the world. That is why, in a country with a healthy political debate on many issues, ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਡੈਂਟਲ ਕੇਅਰ ਪ੍ਰੋਗਰਾਮ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਇਸ ਸੰਬੰਧੀ ਉਹਨਾਂ ਨੇ ਹੋਰ ਵੀ ਕਈ ਗੱਲਾਂ ਦੱਸੀਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ ਸਿਹਤ ਮੰਤਰੀ ਦਾ ਇਸ ਬਾਰੇ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਫੈਡਰਲ ਮੰਤਰੀਆਂ ਵੱਲੋਂ ਡੈਂਟਲ ਕੇਅਰ ਐਕਸਪੈਂਸ਼ਨ ਦੇ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵਿਕਟੋਰੀਆ ਤੋਂ ਅਜਿਹੀ ਅਪਡੇਟ ਸਾਹਮਣੇ ਆ ਰਹੀ ਹੈ, ਜਿੱਥੇ ਫੈਡਰਲ ਹੈਲਥ ਮਿਨਿਸਟਰ ਵੱਲੋਂ ਇਸ ਡੈਂਟਲ ਕੇਅਰ ਐਕਸਪੈਂਸ਼ਨ ਬਾਰੇ ਖਾਸ ਜਾਣਕਾਰੀ ਦਿੱਤੀ ਗਈ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Without a doubt, visiting a dental care professional is, as you all know, important not only for oral health, but for overall health. As you all know, students and staff, and as you all see every day in your important work, the delaying preventative care can have wide-reaching impacts, including costlier treatments, worsening health outcomes, problems with sleep, time away from school and work, as well as mental health challenges. At the same time, as we all know, as we all feel, the rising cost of living and inflation are making it challenging for Canadians and lower and middle income families in particular to afford necessities, including oral health care. Let's therefore be clear. In Canada in 2023, no one should have to choose between taking care of their teeth and paying their bills at the end of the month. And we should not be able to determine a person's salary or income on the basis of the quality of their smile. Therefore, the first phase of our approach to increase access to quality dental care started just a few months ago in December, when we launched the Canada Dental Benefit. The Canada Dental Benefit is providing eligible parents or guardians with direct payments of up to $1,300 over 2 years per child
to help cover the cost of dental care for their children. More than 250,000 children have already benefited from the Canada Dental Benefit, getting brighter smiles and healthier teeth in the process. In BC alone, it's approximately 17,000 children who have benefited from the Canada Dental Benefit, of whom 3,300 live on Vancouver Island. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਆਰਥਿਕਤਾ ਦਾ ਜ਼ਿਕਰ ਕੀਤਾ ਤੇ ਨਾਲ ਹੀ ਨੌਕਰੀਆਂ ਦੇ ਬਾਰੇ ਵੀ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਦਿਖਾਈ ਦਿੱਤੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਰੋਬਾਰਾਂ ਵਾਸਤੇ ਇੱਕ ਚੰਗੀ ਖਬਰ ਸਾਂਝੀ ਕੀਤੀ ਗਈ। ਮਿਡਲ ਕਲਾਸ ਪਰਿਵਾਰਾਂ ਦੇ ਲਈ ਉਹਨਾਂ ਨੇ ਨੌਕਰੀਆਂ ਦਾ ਵੀ ਜ਼ਿਕਰ ਕੀਤਾ। ਕੈਨੇਡਾ ਵਾਸੀਆਂ ਦੇ ਭਵਿੱਖ ਦੀ ਪ੍ਰਧਾਨ ਮੰਤਰੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕੀਤੀ ਗਈ ਹੈ। ਕੀ ਕਹਿਣਾ ਹੈ ਪ੍ਰਧਾਨ ਮੰਤਰੀ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Workers and communities. That's what the investments in Budget 2023 to build Canada's clean economy are all about. We're building a Made in Canada plan for a Made in Canada future. Giving great jobs for the middle class right across the country, opportunities for businesses to grow and invest while we fight climate change every step of the way. These are things we've been doing for years. And we're stepping up continually with even more investments for a clean electricity grid to power our homes, to power our communities, to power the businesses that are going to be coming in to set up in Canada. We're moving forward to incentivize manufacturing in the clean tech economy so that Canadians can continue to get to work mining, processing, manufacturing, building, inventing and selling the goods and resources that the entire world needs. People around the world are noticing. That's why companies like Michelin, Stellantis, ArcelorMittal, Volkswagen are all coming to invest in Canada to create great jobs to build that future. Conservative politicians have already said they'll oppose this budget. They oppose our plan for a brighter future. They're saying no to great middle class jobs. They're saying no to making life more affordable. They're saying no to building a strong, clean economy that works for all Canadians. Well, we're saying yes. Yes to those great jobs in communities right across the country. Yes to economic opportunities to grow in a cleaner economy. Yes to fighting climate change and building a better future. That's the choice we're making. That's the optimism and the ambition we have. That's how we're going to build a better future for all Canadians. ਇੱਕ ਵਿਅਕਤੀ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਗੱਲ ਇੱਥੋਂ ਸ਼ੁਰੂ ਹੋਈ ਕਿ ਕੁਝ ਲੋਕਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਤੇ ਬਾਅਦ ਵਿੱਚ ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਨਿਊ ਵੈਸਟਮਿੰਸਟਰ ਦੀ ਸਕਾਈ ਟ੍ਰੇਨ ਦੇ ਉੱਪਰ ਹਾਦਸਾ ਵਾਪਰਿਆ, ਜਿੱਥੇ ਇੱਕ ਵਿਅਕਤੀ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਜ਼ਖਮੀ ਹਾਲਤ ਵਿੱਚ ਇਸ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀ ਇਸ ਘਟਨਾ ਦੇ ਸੰਬੰਧ ਵਿੱਚ ਜਾਂਚ ਪੜਤਾਲ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸ਼ੁਰੇਬਾਜ਼ੀ ਦਾ ਇਹ ਮਾਮਲਾ 11 ਵਜੇ ਦੇ ਕਰੀਬ ਕੋਲੰਬੀਆ ਸਕਾਈ ਟ੍ਰੇਨ ਸਟੇਸ਼ਨ ਤੋਂ ਸਾਹਮਣੇ ਆਇਆ। ਇੱਕ ਵਿਅਕਤੀ ਦੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ। ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਪਹਿਲਾਂ ਝਗੜਾ ਹੋਇਆ, ਜਿਸ ਤੋਂ ਬਾਅਦ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਇੱਕ ਵਿਅਕਤੀ ਦੇ ਉੱਪਰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਝਗੜੇ ਵਿੱਚ 3 ਵਿਅਕਤੀ ਸ਼ਾਮਿਲ ਮੰਨੇ ਜਾ ਰਹੇ ਨੇ। ਸਸਪੈਕਟ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਕੋਈ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਉਹ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਏ। ਜਿਹੜੇ ਸਸਪੈਕਟ ਨੇ ਉਹ ਔਰਤਾਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਡਿਸਕ੍ਰਿਪਸ਼ਨ ਵੀ ਪੁਲਿਸ ਨੇ ਜਾਰੀ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਔਰਤਾਂ ਨੇ ਕਾਲੀ ਰੰਗ ਦੀ ਹੁੱਡੀ ਪਾਈ ਹੋਈ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਸ਼ੁਰੂਆਤੀ ਪੜਾਅ ਦੇ ਉੱਪਰ ਹੈ। ਬਹੁਤੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਪੀੜਤ ਦੀ ਪਹਿਚਾਣ ਵੀ ਨਹੀਂ ਦੱਸੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ 6045292430 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਟਰੂਡੋ ਫਾਊਂਡੇਸ਼ਨ ਨੇ ਅਸਤੀਫਾ ਦਿੱਤਾ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਸ ਬਾਰੇ ਬਿਆਨ ਸਾਹਮਣੇ ਆਇਆ। ਦੱਸ ਦਈਏ ਕਿ ਚੋਣਾਂ ਵਿੱਚ ਹੋਈ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਦੇ ਨੂੰ ਲੈ ਕੇ ਟਰੂਡੋ ਫਾਊਂਡੇਸ਼ਨ ਵੱਲੋਂ ਤੇ ਬੋਰਡ ਆਫ ਡਾਇਰੈਕਟਰ ਵੱਲੋਂ ਮੁਕੰਮਲ ਤੌਰ ਤੇ ਅਸਤੀਫਾ ਦੇ ਦਿੱਤਾ ਗਿਆ। ਟਰੂਡੋ ਫਾਊਂਡੇਸ਼ਨ ਵੱਲੋਂ ਅਸਤੀਫਾ ਦਿੱਤਾ ਗਿਆ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਨੈਚੁਰਲ ਰਿਸੋਰਸ ਡਿਵੈਲਪਮੈਂਟ ਦਾ ਜ਼ਿਕਰ ਵੀ ਪ੍ਰਧਾਨ ਮੰਤਰੀ ਨੇ ਕੀਤਾ। ਹੁਣ ਟਰੂਡੋ ਫਾਊਂਡੇਸ਼ਨ ਦੇ ਅਸਤੀਫੇ ਨੂੰ ਲੈ ਕੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। It's been 10 years that I have had no involvement at all with the foundation that carries my father's name.
I think it's important that the foundation itself answers these questions and reflects on how it can continue doing the important work that it does. Appropriate, and he's a man of incredible integrity. His ability to look into the question of foreign interference in our political systems remains something that is extremely important to do and extremely important to take seriously. And I will highlight as well that the snarkiness with which the leader of the official opposition is approaching these serious issues doesn't do him any credit, and it doesn't do credit to the kinds of serious discussions need to be had around foreign interference. One of the things that we've discovered over the past number of years is different provinces are moving forward with privacy regimes that do vary from one region to the next. It's going to be important that we make sure that our federal electoral system and our federal rules around political parties are homogenous and cohesive for political parties that work in jurisdictions across this country, and that's something that we've committed to move forward with. 6 ਮਈ ਨੂੰ ਪ੍ਰਿੰਸ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਉਹਨਾਂ ਦੇ ਬੇਟੇ ਪ੍ਰਿੰਸ ਹੈਰੀ ਇਕੱਲੇ ਹੀ ਇਸ ਵਿੱਚ ਸ਼ਾਮਿਲ ਹੋਣਗੇ। ਉਹਨਾਂ ਦੀ ਪਤਨੀ ਜਾਂ ਫਿਰ ਬੱਚੇ ਇਸ ਵਿੱਚ ਹਿੱਸਾ ਨਹੀਂ ਲੈਣਗੇ। ਹੁਣ ਇਸ ਬਾਰੇ ਬਕਿੰਗਮ ਪੈਲੇਸ ਤੋਂ ਜਾਣਕਾਰੀ ਸਾਹਮਣੇ ਆਈ ਹੈ। ਆਪਣੇ ਪਿਤਾ ਦੇ ਤਾਜਪੋਸ਼ੀ ਸਮਾਗਮ ਵਿੱਚ ਪ੍ਰਿੰਸ ਹੈਰੀ ਇਕੱਲੇ ਸ਼ਾਮਿਲ ਹੋਣਗੇ। ਦੱਸੀਏ ਕਿ 6 ਮਈ ਨੂੰ ਕਿੰਗ ਚਾਰਲਸ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ। ਬਕਿੰਗਮ ਪੈਲੇਸ ਦੇ ਇੱਕ ਬੁਲਾਰੇ ਮੁਤਾਬਕ ਕਿੰਗ ਚਾਰਲਸ ਦੇ ਤਾਜਪੋਸ਼ੀ ਸਮਾਗਮ ਵਿੱਚ ਪ੍ਰਿੰਸ ਹੈਰੀ ਸ਼ਾਮਿਲ ਹੋਣਗੇ, ਪਰ ਉਹਨਾਂ ਦੀ ਪਤਨੀ ਮੈਗਨ ਅਤੇ ਬੱਚੇ ਕੈਲੀਫੋਰਨੀਆ ਵਿੱਚ ਹੀ ਰਹਿਣਗੇ। ਇੱਕ ਖਬਰ ਨਾਲ ਉਹ ਕਿਆ ਸਰਾਈਆਂ ਸਮਾਪਤ ਹੋ ਗਈਆਂ ਕਿ ਸਾਲ 2020 ਵਿੱਚ ਸ਼ਾਹੀ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਣ ਅਤੇ ਸ਼ਾਹੀ ਪਰਿਵਾਰ ਦੀ ਆਲੋਚਨਾ ਬਾਅਦ ਕਿੰਗ ਚਾਰਲਸ ਦੇ ਸਭ ਤੋਂ ਛੋਟੇ ਪੁੱਤਰ ਤਾਜਪੋਸ਼ੀ ਵਿੱਚ ਸ਼ਾਮਿਲ ਹੋਣਗੇ ਜਾਂ ਫਿਰ ਨਹੀਂ। ਅਗਲੇ ਮਹੀਨੇ ਕਿੰਗ ਚਾਰਲਸ ਦੇ 1000 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਰਵਾਇਤੀ ਰਸਮ ਨਾਲ ਤਾਜਪੋਸ਼ੀ ਹੋਵੇਗੀ। ਸਤੰਬਰ ਵਿੱਚ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਬ੍ਰਿਟਿਸ਼ ਰਾਜ ਦੀ ਵਾਗਡੋਰ ਕਿੰਗ ਚਾਰਲਸ ਦੇ ਜ਼ਿੰਮੇ ਆਈ ਹੈ। ਬੁਲਾਰੇ ਦਾ ਕਹਿਣਾ ਹੈ ਕਿ ਬਕਿੰਗਮ ਪੈਲੇਸ ਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਖੁਸ਼ੀ ਹੈ ਕਿ ਡਿਊਕ ਆਫ ਸਸੈਕਸ 6 ਮਈ ਨੂੰ ਵੈਸਟਮਿੰਸਟਰ ਐਬੀ ਵਿੱਚ ਤਾਜਪੋਸ਼ੀ ਸੇਵਾ ਵਿੱਚ ਸ਼ਾਮਿਲ ਹੋਣਗੇ। ਦੱਸ ਦਈਏ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਹੈਰੀ ਨੇ ਆਪਣੇ ਪਿਤਾ, ਆਪਣੇ ਭਰਾ, ਗੱਦੀ ਦੇ ਵਾਰਿਸ ਪ੍ਰਿੰਸ ਵਿਲੀਅਮ ਬਾਰੇ ਆਪਣੀ ਤਾਜ਼ਾ ਜੀਵਨੀ, ਇੱਕ ਨੈਟਫਲਿਕਸ ਡਾਕੂਮੈਂਟਰੀ ਅਤੇ ਟੀਵੀ ਇੰਟਰਵਿਊ ਵਿੱਚ ਕਈ ਕੌੜੇ ਖੁਲਾਸੇ ਕੀਤੇ। ਉਹਨਾਂ ਨੂੰ ਇੰਟਰਵਿਊ ਵਿੱਚ ਕਈ ਸਵਾਲ ਪੁੱਛੇ ਗਏ ਸਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬੀ ਨੂੰ ਪਿਆ ਦਿਲ ਦਾ ਦੌਰਾ 6 ਮਹੀਨੇ ਪਹਿਲਾਂ ਗਿਆ ਸੀ ਕੈਨੇਡਾ। ਪੰਜਾਬੀ ਪੁਲਿਸ ਅਫਸਰ ਦੀ ਹਾਦਸੇ ਵਿੱਚ ਗਈ ਜਾਨ। ਪ੍ਰਧਾਨ ਮੰਤਰੀ ਟਰੂਡੋ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ। ਬੈਂਕ ਆਫ ਕੈਨੇਡਾ ਦਾ ਵਿਆਜ ਦਰਾਂ ਬਾਰੇ ਐਲਾਨ। ਵਿਆਜ ਦਰ 4.5% ਤੇ ਬਰਕਰਾਰ। ਘੱਟ ਸੁਰੱਖਿਅਤ ਮਹਿਸੂਸ ਕਰਦੇ ਨੇ ਕੈਨੇਡੀਅਨਸ, ਇੱਕ ਸਰਵੇਖਣ ਵਿੱਚ ਹੋਇਆ ਖੁਲਾਸਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।